ਵੈਲਕਮ एवरीवन ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਲਾਈਮਲਾਈਟਡ ਬੜੀ ਇੰਪੋਰਟੈਂਟ ਪੋਸਟ ਦੀ ਜਿਹੜੀ ਕਿ ਪੰਜਾਬ ਸਰਕਾਰ ਨੇ ਹਲੇ ਥੋੜੀ ਦੇਰ ਪਹਿਲਾਂ ਹੀ ਕੱਢੀਆਂ ਹਨ। ਉਹ ਹੈ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨੇ ਲੈਕਚਰਾਰ ਦੀਆਂ ਪੋਸਟਾਂ ਕੱਢੀਆਂ ਹੈ, ਜਿਹੜੀਆਂ ਬੜੀ ਇੰਪੋਰਟੈਂਟ ਪੋਸਟ ਹੈ। ਇਹ ਰੈਗੂਲਰ ਪੋਸਟਾਂ ਨੇ, ਬੜੀ ਦੇਰ ਬਾਅਦ ਆਈਆਂ ਨੇ ਔਰ ਇਸ ਕਾਫੀ ਅੱਛੀਆਂ ਸੀਟਾਂ ਹੈਗੀਆਂ। ਤੇ ਜੋ ਲੋਕ ਵੀ ਇਸ ਪੋਸਟ ਦਾ ਇੰਤਜ਼ਾਰ ਕਰ ਰਹੇ ਸੀ, ਜਿਹੜੇ ਜਿਹਨਾਂ ਡ੍ਰੀਮ ਹੈਗਾ ਕਿ ਮੈਂ +1 2 ਨੂੰ ਪੜ੍ਹਾ ਕੇ PGT ਟੀਚਰ ਡਾਇਰੈਕਟ ਬਣਨਾ ਹੈਗਾ ਪੰਜਾਬ ਗੌਰਮੈਂਟ ਦੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਜਾਂ ਲੈਕਚਰਾਰ ਬਣਨਾ ਹੈਗਾ, ਉਹਦੇ ਲਈ ਇਹ ਬੜੀ ਇੰਪੋਰਟੈਂਟ ਵੀਡੀਓ ਹੈ। ਸੋ ਮੈਂ ਤੁਹਾਡਾ ਸਵਾਗਤ ਕਰਦਾ। ਮੇਰਾ ਨਾਮ ਪੰਕਜ ਗਾਬਾ ਹੈ। ਪਲੀਜ਼ ਇਸ ਵੀਡੀਓ ਨੂੰ ਅੰਤ ਤੱਕ ਦੇਖੋ। ਇਸ ਵੀਡੀਓ ਵਿੱਚ ਤੁਹਾਨੂੰ ਕਾਫੀ ਕੁਝ ਡਿਟੇਲਸ ਇਸ ਪੋਸਟਾਂ ਬਾਰੇ ਮਿਲ ਜਾਏਗੀ। ਤਾਂ ਆਪਾਂ ਇਹਦੇ ਬਾਰੇ ਜਾਣਦੇ ਹਾਂ ਕਿ ਇਹ ਪੋਸਟਾਂ ਕਿਸ ਤਰ੍ਹਾਂ ਭਰਨੀਆਂ ਹਨ, ਕਿਹੜੀ ਕਿਹੜੀ ਐਲੀਜੀਬਿਲਿਟੀ ਹੈ, ਕੌਣ ਕੌਣ ਇਹਦਾ ਫਾਰਮ ਭਰ ਸਕਦਾ ਹੈ, ਸਾਰੀ ਇਹਦੀ ਡਿਟੇਲਸ ਆਪਾਂ ਹੁਣੇ ਥੋੜੀ ਤੱਕ ਜਾਣਦੇ ਹਾਂ। ਤੁਸੀਂ ਇਹਦਾ ਫਾਰਮ ਕਿੱਦਾਂ ਭਰਨਾ ਹੈ? ਤੁਸੀਂ ਸਭ ਤੋਂ ਪਹਿਲਾਂ ਗੂਗਲ ਤੇ ਜਾਓਗੇ ਔਰ www.educationrecruitment.board.com ਟਾਈਪ ਕਰੋਗੇ। ਮੇਰਾ ਆਲਰੇਡੀ ਟਾਈਪਡ ਹੈ, ਤੁਸੀਂ ਇਹਨੂੰ ਸਰਚ ਕਰੋ। ਪਹਿਲੇ ਨੰਬਰ ਤੇ ਤੁਹਾਨੂੰ ਇਹ ਸਾਈਟ ਮਿਲ ਜਾਏਗੀ। ਤੁਸੀਂ ਫਿਰ ਇਹਦੇ ਵਿੱਚ ਜਾਓਗੇ, ਖੋਲੋਗੇ ਤੇ ਉੱਪਰ ਲੇਟੈਸਟ ਸਰਕੂਲਰ ਜਿਹੜੇ ਆ ਫਲੋਟ ਕਰ ਰਹੇ ਨੇ। ਦੇਖੋ ਇਹਦੇ ਵਿੱਚ ਕਈ ਪੋਸਟਾਂ ਨੇ, ਮਾਸਟਰ ਕੈਡਰ, ਲੈਕਚਰਾਰ। ਤੁਸੀਂ ਲੈਕਚਰਾਰ ਵਾਲੇ ਪੋਸਟ ਜਾਓਗੇ। ਮਾਸਟਰ ਕੈਡਰ ਦੀ ਵੀਡੀਓ ਆਪਾਂ ਅਲੱਗ ਬਣਾਵਾਂਗੇ। ਆਰਟ ਐਂਡ ਕਰਾਫਟ ਟੀਚਰ ਵੀ ਆ, ਉਹਦੀ ਵੀ ਆਪਾਂ ਵੀਡੀਓ ਅਲੱਗ ਤੋਂ ਬਣਾਵਾਂਗੇ। ਪਹਿਲਾਂ ਆਪਾਂ ਸਿਰਫ ਇਹਦੇ ਵਿੱਚ ਵੇਰੀਅਸ ਲੈਕਚਰਾਰ ਕੈਡਰ ਪੋਸਟਾਂ 2022 ਦੀ ਗੱਲ ਕਰਾਂਗੇ। ਅਗਰ ਤੁਹਾਨੂੰ ਇਹ ਨਹੀਂ ਮਿਲ ਰਹੀ ਤੇ ਤੁਸੀਂ ਇਹਨੂੰ ਲੇਟੈਸਟ ਰਿਕਰੂਟਮੈਂਟ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ। ਤਾਂ ਆਪਾਂ ਇਹਦੀ ਗੱਲ ਕਰਦੇ ਹਾਂ, ਲੈਕਚਰਰ ਕੈਡਰ ਪੋਸਟ ਦੀ। ਇੱਥੇ ਕਲਿੱਕ ਕਰੋ ਤੁਸੀਂ ਔਰ ਤੁਹਾਨੂੰ ਇਹ ਖੁੱਲ ਜਾਏਗੀ ਜਿਹੜੀ ਤੁਹਾਡੀ ਇਹ ਸਾਰੀ PDF ਫਾਰਮ ਦੇ ਵਿੱਚ ਸਾਡੀ ਇਹਦੀ ਨੋਟੀਫਿਕੇਸ਼ਨ। ਇਹ ਡਾਇਰੈਕਟਰ ਸਿੱਖਿਆ ਭਾਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਾਰੀ ਕੀਤੀ ਗਈ ਹੈ। ਔਰ ਇਹਦੇ ਵਿੱਚ ਦੇਖੋ ਤੁਸੀਂ, ਇਹ 8 ਜਨਵਰੀ ਨੂੰ ਇਹ ਨੋਟੀਫਿਕੇਸ਼ਨ ਉਹਨੇ ਆਪਣੀ ਵੈਬਸਾਈਟ ਤੇ ਪਾਈ ਸੀ। ਔਰ ਤੁਹਾਡੇ ਕੋਲ ਆ ਦੇਖੋ 8 ਜਨਵਰੀ ਦਾ ਇੱਥੇ ਡੇਟ ਲਿਖੀ ਹੋਈ ਹੈ। ਔਰ 16 ਦਸੰਬਰ ਨੂੰ ਇਹਦੇ ਬਾਰੇ ਗਵਰਨਮੈਂਟ ਨੇ ਅਲੱਗ-ਅਲੱਗ ਪੇਪਰਾਂ ਵਿੱਚ ਘੋਸ਼ਣਾ ਕੀਤੀ ਸੀ ਕਿ ਅਸੀਂ ਜਲਦੀ ਕੱਢਾਂਗੇ। ਉਹਨੇ 8/1 ਨੂੰ ਇਹ ਕੱਢ ਦਿੱਤੀ ਹੈ ਤੇ ਬੜਾ ਗੋਲਡਨ ਚਾਂਸ ਤੁਹਾਡੇ ਅੱਗੇ ਹੈਗਾ। ਆਪਾਂ ਇੱਕ ਵਾਰੀ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਕੀ ਹੈਗੇ ਹੈ, ਕੀ ਕੀ ਇਹਦੀ ਰਿਕੁਆਇਰਮੈਂਟਸ ਨੇ। ਇੱਕ ਵਾਰ ਥੋੜਾ ਹੋਰ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਪੋਸਟ ਹੈ ਉਹ ਇਕਨੋਮਿਕਸ ਦੀ ਦਿੱਤੀ ਹੋਈ ਹੈ, ਲੈਕਚਰਰ ਇਕਨੋਮਿਕਸ। ਇਹ ਇਸ ਸਾਲ ਦੀ ਫਰੈਸ਼ ਪੋਸਟ ਹੈ। ਇਹਦੇ ਵਿੱਚ ਕੋਈ ਬੈਕਲੌਗ ਨਹੀਂ ਹੈ। ਕਈ ਪੋਸਟਾਂ 'ਚ ਬੈਕਲੌਗ ਹੁੰਦਾ ਹੈਗਾ, ਇਹਦੇ ਵਿੱਚ ਬੈਕਲੌਗ ਨਹੀਂ ਹੈ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਕਿੰਨੀਆਂ ਪੋਸਟਾਂ ਆਪਾਂ ਦੇਖਦੇ ਹਾਂ। ਟੋਟਲ ਇਹਦੇ ਵਿੱਚ 18 ਪੋਸਟਾਂ ਹੈਗੀਆਂ ਇਕਨੋਮਿਕਸ ਲਈ। ਔਰ ਜਨਰਲ ਦੀਆਂ ਦੇ ਵਿੱਚ 8 ਵੈਕੈਂਸੀਜ਼ ਨੇ ਔਰ ਵਿਮਨ ਲਈ ਰਿਜ਼ਰਵਡ 3 ਹੈਗੇ ਜਨਰਲ ਦੇ ਵਿੱਚ। ਇਹ ਜਾਂ ਸ਼ਡਿਊਲ ਕਾਸਟ ਲਈ ਅਲੱਗ-ਅਲੱਗ ਕੈਟਾਗਰੀਜ਼ ਦੀ ਡਿਵੀਜ਼ਨ ਦਿੱਤੀ ਹੋਈ ਹੈ। M&P ਲਈ 2 ਹੈਗੀਆਂ, R&O ਲਈ 2 ਹੈਗੀਆਂ, ਇੱਕ ਵਿਮਨ ਲਈ ਰਿਜ਼ਰਵ ਹੈ। ਤੁਸੀਂ ਆਪਣੀ ਆਪਣੀ ਕੈਟਾਗਰੀ ਪੜ੍ਹ ਸਕਦੇ ਹੋ। ਮੇਨਲੀ ਤੁਹਾਨੂੰ ਦੇਖ ਰਹੇ ਹੋ BC ਕੈਟਾਗਰੀ ਸਿਰਫ 21 ਪੋਸਟ ਹੈਗੀ ਹੈ। ਉਹਦੇ ਵਿੱਚ ਐਕਸ ਸਰਵਿਸਮੈਨ ਦੀਆਂ ਅਲੱਗ ਨੇ, ਐਕਸ ਸਰਵਿਸਮੈਨ ਜਨਰਲ, ਐਕਸ ਸਰਵਿਸਮੈਨ SC BC ਸਭ ਅਲੱਗ-ਅਲੱਗ ਦਿੱਤੀਆਂ ਹੋਈਆਂ। ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਇੰਨੀ ਡਿਟੇਲ 'ਚ ਆਪਾਂ ਨਹੀਂ ਜਾਵਾਂਗੇ, ਤੁਸੀਂ ਖੁਦ ਹੀ ਪੜ੍ਹ ਸਕਦੇ ਹੋ। ਭਾਈ ਸਪੋਰਟਸ ਕੋਟੇ 'ਚ ਸਿਰਫ ਇੱਕ ਹੀ ਸੀਟ ਹੈਗੀ ਇਕਨੋਮਿਕਸ ਦੇ ਵਿੱਚ, ਉਹ ਵੀ ਜਨਰਲ ਦੀ। ਫਿਜ਼ੀਕਲੀ ਜੋ ਹੈਂਡੀਕੈਪਡ ਹੈ, ਜਿਵੇਂ ਔਰਥੋ, ਵਿਜ਼ੂਅਲੀ ਇੰਪੇਅਰਡ, ਉਹਦੇ ਲਈ ਕੋਈ ਸੀਟ ਨਹੀਂ ਹੈ। ਫਰੀਡਮ ਫਾਈਟਰ ਕੈਟਾਗਰੀ ਵੀ ਨਹੀਂ ਹੈ। ਇਕਨੋਮਿਕਲੀ ਵੀਕਰ ਸੈਕਸ਼ਨ ਲਈ ਸਿਰਫ ਇੱਕੋ ਹੀ ਸੀਟ ਵਿੱਚ ਰੱਖੀ ਗਈ ਹੈ। ਤੇ ਤੁਹਾਨੂੰ ਬੈਟਰ ਤਾਂ ਇਹਦੇ ਵਿੱਚ ਹੈਗਾ ਕਿ ਜਨਰਲ ਦੇ ਵਿੱਚ ਹੀ ਭਰਿਆ ਜਾਵੇ, ਕਿਉਂਕਿ ਸੀਟ ਬੜੀਆਂ ਘੱਟ ਹੈਗੀਆਂ। ਇਕਨੋਮਿਕਸ ਦੇ ਵਿੱਚ ਇਹ ਸੀਟਾਂ ਹੈਗੀਆਂ। ਪਹਿਲਾਂ ਆਪਾਂ ਸੀਟਾਂ ਦੀ ਡਿਸਟ੍ਰੀਬਿਊਸ਼ਨ ਦੇਖਦੇ ਹਾਂ, ਉਸ ਤੋਂ ਬਾਅਦ ਆਪਾਂ ਇਹਦੀ ਐਲੀਜੀਬਿਲਿਟੀ ਤੇ ਆਵਾਂਗੇ। ਪਲੀਜ਼ ਉਸ ਤੋਂ ਪਹਿਲਾਂ ਜਿਹੜੇ ਵੀਡੀਓ ਦੇਖ ਰਹੇ ਆ, ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ। ਔਰ ਅਗਰ ਤੁਹਾਨੂੰ ਅੱਛੀ ਲੱਗਦੀ ਹੈ ਵੀਡੀਓ ਤਾਂ ਉਹਨੂੰ ਲਾਈਕ ਕਰੋ, ਜਾਂ ਦੂਸਰੇ ਲੋਕਾਂ ਨੂੰ ਜਿਨ੍ਹਾਂ ਦੀ ਲੋੜ ਹੈ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਵੀ ਕਰੋ। ਔਰ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਅੱਗੇ ਤੋਂ ਤੁਹਾਨੂੰ ਸਾਡੀ ਵੀਡੀਓ ਪਹਿਲਾਂ ਤੋਂ ਹੀ ਨਜ਼ਰ ਆ ਜਾਵੇ। ਜਦੋਂ ਵੀ ਕੋਈ ਨਈ ਵੀਡੀਓ ਅਪਲੋਡ ਹੋਏਗੀ ਤੁਹਾਨੂੰ ਉਸੇ ਟਾਈਮ ਨਜ਼ਰ ਆਏਗੀ। ਅਗਲੀਆਂ ਪੋਸਟਾਂ ਕਾਮਰਸ ਦੀਆਂ। ਕਾਮਰਸ ਦੇ ਪੰਜਾਬ ਵਿੱਚ ਕਾਫੀ ਸਟੂਡੈਂਟ ਹੈਗੇ ਆ ਜਿਨ੍ਹਾਂ ਨੇ M.Com ਕੀਤੀ ਹੁੰਦੀ ਹੈ। ਲੁਧਿਆਣਾ ਵਿੱਚ ਤਾਂ ਕਾਫੀ ਜ਼ਿਆਦਾ ਨੇ। ਇਹ ਵਿੱਚ ਫਰੈਸ਼ ਸੀਟਾਂ ਨੇ ਸਾਰੀਆਂ ਕਾਮਰਸ ਦੀਆਂ। 43 ਸੀਟਸ ਨੇ ਟੋਟਲ ਦੇ ਵਿੱਚ, ਕਾਫੀ ਅੱਛੀਆਂ ਸੀਟਾਂ ਮੰਨ ਲੀजिए 43 ਹੈਗੀਆਂ। ਜਨਰਲ ਦੀਆਂ ਇਹਦੇ ਵਿੱਚ 16 ਸੀਟਾਂ ਨੇ 16। ਔਰ ਵਿਮਨ ਲਈ ਜਨਰਲ 'ਚ ਰਿਜ਼ਰਵ ਹੈਗੀਆਂ 14 ਵਿਮਨ ਕੋਟੇ ਲਈ। ਇਹਦਾ SC ਲਈ 4 ਔਰ 5 ਟੋਟਲ 9 ਨੇ ਇਹਨਾਂ ਨੂੰ ਮਿਲਾ ਕੇ। ਵਿਮਨ ਲਈ 3 ਹੈ। ਐਕਸ ਸਰਵਿਸਮੈਨ BC ਦੀਆਂ ਇਹਦੇ 'ਚ 4 ਹੈਗੀਆਂ। ਤਾਂ ਅਲੱਗ-ਅਲੱਗ ਕੈਟਾਗਰੀ ਦਿੱਤੀ ਹੋਈ ਹੈ, ਤੁਸੀਂ ਇਹਨੂੰ ਦੇਖ ਸਕਦੇ ਹੋ ਆਪਣੀ ਆਪਣੀ ਕੈਟਾਗਰੀ ਕਿ ਕਿੰਨੀਆਂ ਸੀਟਾਂ ਦਿੱਤੀਆਂ ਹੋਈਆਂ। ਸਪੋਰਟਸ ਲਈ ਕੁਝ ਖਾਸ ਨਹੀਂ ਹੈ ਇਹਦੇ ਵਿੱਚ। ਫਿਜ਼ੀਕਲੀ ਹੈਂਡੀਕੈਪ ਲਈ ਇਹਦੇ ਵਿੱਚ ਸਿਰਫ
ਇੱਕ ਸੀਟ ਹੈਗੀ ਹੈ, ਔਰ ਫਰੀडम ਫਾਈਟਰ ਲਈ ਵੀ ਇੱਕ ਹੈਗੀ ਹੈ। ਇਕਨੋਮਿਕਲੀ ਵੀਕਰ ਸੈਕਸ਼ਨ ਲਈ ਇਹਦੇ 'ਚ 5 ਸੀਟਾਂ ਹੈਗੀਆਂ EWS ਦੀਆਂ, ਤੇ ਇਹਦੇ ਵਿੱਚ ਤੁਸੀਂ ਅਲੱਗ ਤੋਂ ਭਰ ਵੀ ਸਕਦੇ ਹੋ, ਥੋੜ੍ਹੀਆਂ ਜ਼ਿਆਦਾ ਸੀਟਾਂ ਨੇ ਇਹਦੇ 'ਚ ਇਕਨੋਮਿਕਸ ਦੇ ਮੁਕਾਬਲੇ। ਤੋਂ ਅਗਲੇ ਸਬਜੈਕਟ ਤੇ ਜਾਂਦੇ ਹਾਂ। ਇਕਨੋਮਿਕਸ ਤੋਂ ਬਾਅਦ ਕਾਮਰਸ ਦੇਖਿਆ ਆਪਾਂ, ਹੁਣ ਆਪਾਂ ਦੇਖਾਂਗੇ ਮੈਥਮੈਟਿਕਸ। ਇਹ ਵੀ ਫਰੈਸ਼ ਹੈ। ਇਕਨੋਮਿਕਸ ਦੀ ਟੋਟਲ 43 ਵਿੱਚੋਂ 13 ਜਿਹੜੀਆਂ ਹੈਗੀਆਂ ਉਹ ਬੈਕਲੌਗ 'ਚ ਨੇ, ਬਾਕੀ 43 ਟੋਟਲ ਨੇ। ਇਹਦੇ ਵਿੱਚ ਮੈਥਮੈਟਿਕਸ ਦੇ ਵਿੱਚ ਫਰੈਸ਼ ਟੋਟਲ 68 ਹੈ, ਔਰ ਜਨਰਲੀ ਮੈਥਮੈਟਿਕਸ ਕਾਫੀ ਸੀਟਾਂ ਅੱਛੀਆਂ ਹੈਗੀਆਂ। ਸਭ ਨਾਲ ਜ਼ਿਆਦਾ ਲੱਗਦੀਆਂ ਸੀਟਾਂ ਦੇਖੋ ਆਪਾਂ ਨੂੰ ਦੇਖਣ ਨੂੰ ਮਿਲੀਆਂ ਹੈਗੀਆਂ 27। ਵਿਮਨ ਲਈ 8 ਰਿਜ਼ਰਵ ਹੈਗੀ ਹੈ, ਔਰ SC ਲਈ 7, MAD RO ਲਈ ਵੀ 7, ਔਰ BC ਲਈ ਵੀ 7, ਔਰ 2, 3 and 3 SC, MAD, SC, RO ਔਰ BC ਲਈ ਰਿਸਪੈਕਟਿਵਲੀ ਰਿਜ਼ਰਵ ਹੈਗੀ ਹੈ ਇਹ। ਔਰ ਓਵਰਆਲ ਸੀਟਾਂ ਜ਼ਿਆਦਾ ਤਾਂ ਹਰ ਕੈਟੇਗਰੀ ਦੇ ਹੀ ਨੈਚੁਰਲੀ ਇਹ ਸੀਟਾਂ ਵੱਧ ਜਾਣਗੀਆਂ। ਸੋ ਮੈਥਸ ਦੇ ਜਿਹੜੇ ਕੈਂਡੀਡੇਟਸ ਹੈ ਜਿਨ੍ਹਾਂ ਨੇ MA ਮੈਥਸ ਜਾਂ MSc ਮੈਥਸ ਪਲੱਸ B.Ed ਕੀਤਾ, ਔਰ ਜਿਨ੍ਹਾਂ ਦੀ ਏਜ ਐਲੀਜੀਬਿਲਿਟੀ ਬਣਦੀ ਹੈ ਆਪਣੇ ਕੈਟੇਗਰੀ ਦੇ ਅਕੋਰਡਿੰਗ, ਉਹ ਇਹਨੂੰ ਭਰ ਸਕਦੇ ਹੈਗੇ। ਇਹ ਜੀ ਫਿਜ਼ੀਕਲੀ ਹੈਂਡੀਕੈਪਡ ਲਈ ਵੀ 3 ਸੀਟਾਂ ਨੇ ਅਲੱਗ-ਅਲੱਗ ਕੈਟੇਗਰੀ ਲਈ, ਵਿਜ਼ੂਅਲੀ ਇੰਪੇਅਰਡ, ਹੀਅਰਿੰਗ ਇੰਪੇਅਰਡ ਵਗੈਰਾ ਵਗੈਰਾ। ਔਰ ਇਕਨੋਮਿਕਲੀ ਵੀਕਰ ਸੈਕਸ਼ਨ 6 ਹੈਗੀਆਂ, 3 ਹੈਗੀਆਂ ਇਹਦੇ ਵਿੱਚ ਟੋਟਲ ਵਿਮਨ ਲਈ। ਟੋਟਲ 68 ਨੇ ਫਰੈਸ਼, 22 ਵਿਮਨ ਲਈ ਰਿਜ਼ਰਵ ਨੇ। ਅਗਲੀ ਪੋਸਟ ਦੇਖਾਂਗੇ ਲੈਕਚਰਰ ਹਿਸਟਰੀ। ਜਿਨ੍ਹਾਂ ਨੇ MA ਹਿਸਟਰੀ ਤੇ B.Ed ਕੀਤੀ ਹੋਈ ਹੈ ਉਹਨਾਂ ਲਈ ਗੋਲਡਨ ਚਾਂਸ, ਇਟਸ ਅ ਗੋਲਡਨ ਓਪਰਚੁਨਿਟੀ, ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਨੇ। ਗੋਲਡਨ ਚਾਂਸ ਹੈ ਉਹਨਾਂ ਲਈ ਇੱਕ। ਤੁਸੀਂ ਦੇਖੋ 130 ਟੋਟਲ ਸੀਟਸ ਨੇ, ਉਹਦੇ 12 ਪਿਛਲੇ ਬੈਕਲੌਗ ਹੁੰਦਾ ਜਿਹੜੀਆਂ ਪਿਛਲੇ ਸਾਲਾਂ ਦੀਆਂ ਖਾਲੀ ਪਈਆਂ ਭਰਤੀ ਨੂੰ ਉਹ ਪਈਆਂ, ਉਹ ਮਿਲਾ ਕੇ 142 ਸੀਟਸ ਨੇ ਜਿਹੜੀਆਂ ਸਾਰੀਆਂ ਪੋਸਟਾਂ ਜਿੰਨੀਆਂ ਵੀ ਆ ਉਹਦੇ ਚੋਂ ਹਾਈਐਸਟ ਨੰਬਰ ਇਹੀ ਹੈਗਾ ਹੈ। ਸਭ ਤੋਂ ਜ਼ਿਆਦਾ ਹਿਸਟਰੀ ਦੀ ਅਗਲੀ ਭਰਤੀ ਕਈ ਸਾਲਾਂ ਤੋਂ ਹੋਈ ਨਹੀਂ ਹੈ, ਹੁਣ ਇਕੱਠੀ ਹੋ ਰਹੀ ਹੈ। ਰਿਟਾਇਰਮੈਂਟ ਇਸ ਸਾਲ ਬਹੁਤ ਹੋਈ ਹੈ ਤੇ ਉਹਦੇ ਕਾਰਨ ਸੀਟਾਂ ਇਹ ਵੱਧ ਗਈਆਂ ਹੈਗੀਆਂ ਨੇ। ਤੁਸੀਂ ਦੇਖੋ ਜਨਰਲ ਕੈਟੇਗਰੀ ਵਿੱਚ ਹੀ ਤੁਸੀਂ ਦੇਖੋਗੇ 50 ਫਰੈਸ਼ ਵੈਕੈਂਸੀਜ਼ ਦੇ ਵਿੱਚ ਨੇ। ਬੈਕਲੌਗ ਦੀ ਹਿਸਟਰੀ ਦੀ ਜਨਰਲ 'ਚ ਕੋਈ ਨਹੀਂ ਹੈ। 50 ਸੀਟਸ ਸਿਰਫ ਔਰ ਸਿਰਫ ਜਨਰਲ ਦੇ ਵਿੱਚ ਹਿਸਟਰੀ ਦੀਆਂ ਨੇ। ਹਾਲਾਂਕਿ ਤੁਸੀਂ ਦੇਖਿਆ ਉੱਪਰ ਵਾਲੀਆਂ ਸਾਰੀਆਂ 50 ਤੋਂ ਨੀਚੇ ਸੀ ਓਵਰਆਲ, ਇਹ ਸਿਰਫ ਜਨਰਲ ਕੈਟੇਗਰੀ ਲਈ ਹੀ 50 ਹੈ। ਫਾਈਨ। ਔਰ SC ਲਈ ਤੁਸੀਂ ਦੇਖੋਗੇ 13 ਸੀਟਾਂ ਨੇ ਟੋਟਲ ਵੈਕੈਂਸੀਜ਼ ਨੇ, ਔਰ 13 ਹੀ RO ਲਈ, 13 MAD ਲਈ, ਔਰ 14 BC ਲਈ ਹੈਗੀਆਂ, ਔਰ ਇੱਕ ਵਿਮਨ ਲਈ ਰਿਜ਼ਰਵ ਹੈ। ਇਹ 00 ਰਿਜ਼ਰਵ ਹੈਗੀਆਂ, ਇਹ ਤੁਸੀਂ ਦੇਖ ਲੈਣਾ ਆਪਣੇ ਅਕੋਰਡਿੰਗ। ਤੇ ਸਾਰੀਆਂ ਕੈਟੇਗਰੀ ਤੁਹਾਨੂੰ ਪਤਾ ਚੱਲ ਹੀ ਗਿਆ, ਤੁਸੀਂ ਇਹਨੂੰ ਦੇਖ ਸਕਦੇ ਹੋ। ਐਕਸ ਸਰਵਿਸਮੈਨ ਦੀਆਂ, ਸਪੋਰਟਸ ਦੀਆਂ। ਫਿਰ ਪੋਲੀਟੀਕਲ ਸਾਇੰਸ ਆ ਜਾਂਦੀਆਂ, ਇਹਦੇ 'ਚ ਵੀ ਅੱਛੀਆਂ ਸੀਟਾਂ ਨੇ। ਇਹਦੇ 'ਚ ਫਿਰ 46 ਫਰੈਸ਼ ਹੈ, 26 ਬੈਕਲੌਗ ਦੀਆਂ ਹੈਗੀਆਂ, ਔਰ 72 ਟੋਟਲ ਸੀਟ ਨੇ ਇਹਦੇ ਵਿੱਚ। ਔਰ ਇਹਦੇ ਵਿੱਚ ਤੁਸੀਂ ਦੇਖੋ 72 ਵਿੱਚ ਫਰੈਸ਼ 46 ਨੇ, 26 ਬੈਕਲੌਗ ਨੇ। 18 ਸਿਰਫ ਜਨਰਲ ਦੀਆਂ ਹੈਗੀਆਂ, ਬੈਕਲੌਗ ਕੋਈ ਵੀ ਨਹੀਂ ਹੈ, ਜਨਰਲ ਦੀ ਕੋਈ ਵੀ ਨਹੀਂ ਹੈ, ਸਿਰਫ ਫਰੈਸ਼ ਨੇ। ਇਹਦਾ ਅਲੱਗ-ਅਲੱਗ ਕੈਟੇਗਰੀ ਦੀਆਂ ਤੁਹਾਨੂੰ ਪਤਾ ਅੱਗੇ ਦਿੱਤੀਆਂ ਹੋਈਆਂ। ਜ਼ਿਆਦਾ ਜਿਹੜੀਆਂ ਬੈਕਲੌਗ ਹੈ ਉਹ ਰਿਜ਼ਰਵ ਕੈਟੇਗਰੀ 'ਚ ਬਚੀਆਂ ਹੋਈਆਂ ਪੁਰਾਣੀਆਂ, ਉਹੀ ਸੀਟਾਂ ਨੇ। ਜਿਵੇਂ ਕਿ BC ਵਿੱਚ ਹੀ 8 ਸੀਟਾਂ ਇਹਦੇ ਵਿੱਚ ਬੈਕਲੌਗ 'ਚ ਨੇ। ਤੁਸੀਂ ਇਹ ਆਪਣੇ ਅਕੋਰਡਿੰਗ ਦੇਖ ਸਕਦੇ ਹੋ। ਔਰ ਟੋਟਲ 72 ਨੇ ਇਹਦੇ ਵਿੱਚ, 26 ਵਿਮਨ ਲਈ ਰਿਜ਼ਰਵਡ ਹੈ, 46 ਟੋਟਲ ਜਿਹੜੀਆਂ ਮੈਨ ਲਈ ਰਿਜ਼ਰਵ ਨੇ। ਔਰ ਇਹ ਤੁਸੀਂ ਦੇਖੋਗੇ ਅੱਗੇ ਉਹਨਾਂ ਨੇ ਗੱਲ ਕੀਤੀ ਹੈਗੀ ਹੈ, ਤੁਸੀਂ ਦੇਖੋਗੇ ਕਿ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨਸ ਇਹੀ ਸਪੈਕਟ ਦੀਆਂ ਸੀਟਾਂ ਨੇ ਸਿਰਫ ਕੀ ਨੇ। ਨਾਓ ਉਹਨਾਂ ਨੇ ਤੁਹਾਨੂੰ ਦੱਸਿਆ ਹੈਗਾ ਪੇ ਕਿੰਨੀ ਮਿਲੇਗੀ, ਤੁਸੀਂ ਲਿਖਿਆ ਹੈਗਾ ਤੁਹਾਨੂੰ ਫਿਲਹਾਲ 35,400 ਰੁਪਏ ਇਹ 'ਚ ਇੱਕ ਲਮਸਮ ਮੈਟ੍ਰਿਕਸ ਪੇ ਮਿਲੇਗੀ। ਇਹ ਸਿਰਫ ਬੇਸਿਕ ਪੇ ਹੈਗੀ ਹੈ, ਇਹਦੇ ਵਿੱਚ ਕੋਈ ਵੀ ਅਲਾਊਂਸ, ਨੋ ਅਲਾਊਂਸ ਐਡਡ, ਕੋਈ ਵੀ ਅਲਾਊਂਸ ਐਡ ਨਹੀਂ ਕੀਤਾ ਗਿਆ, ਕਿਉਂਕਿ 2015 ਦੇ ਅਕੋਰਡਿੰਗ ਫਾਈਨਾਂਸ ਡਿਪਾਰਟਮੈਂਟ ਆਫ ਪੰਜਾਬ ਦੇ ਜਿਹੜੇ ਰੂਲਸ ਹੈ ਪੰਜਾਬ ਸਿਵਲ ਸਰਵਿਸਿਜ਼ ਦੇ, ਉਹਦੇ ਅਕੋਰਡਿੰਗ ਤੁਹਾਨੂੰ ਸਿਰਫ ਬੇਸਿਕ ਪੇ ਹੀ 3 ਸਾਲ ਲਈ ਤੁਹਾਨੂੰ ਬੇਸਿਕ ਪੇ ਮਿਲੇਗੀ। ਹੁਣ ਤਾਂ ਇਹ ਵੱਧ ਗਈ ਫਿਰ ਵੀ, ਪਹਿਲਾਂ ਤਾਂ ਇਹ ਤੋਂ ਵੀ ਘੱਟ ਸੀਗੀ। ਬੇਸਿਕ ਪੇ ਮਿਲੇਗੀ 3 ਇਅਰਸ ਲਈ, ਉਹ 35,400 ਮਿਲੇਗੀ, ਔਰ ਆਫਟਰ 3 ਇਅਰ ਤੁਹਾਨੂੰ ਉਹਦਾ ਫੁੱਲ ਸਕੇਲ ਮਿਲੇਗਾ। ਔਰ ਤੁਸੀਂ ਫੁੱਲ ਸਕੇਲ ਦੇਖੋਗੇ ਅਰਾਊਂਡ ਇਹ 90,000 ਦੇ ਆਸ-ਪਾਸ ਚਲਾ ਜਾਏਗਾ ਫੁੱਲ ਸਕੇਲ ਤੁਹਾਡਾ ਇਹ।
आफ्टर 3 years, तो नॉट ए बैड। अगर 35,400 ਹੁਣ ਮਿਲ ਰਿਹਾ ਔਰ 3 ਸਾਲ ਪੂਰੇ ਹੋਣ ਦੇ ਬਾਅਦ ਹੀ 90,000 ਮਿਲ ਜਾਏਗਾ ਤੁਹਾਨੂੰ, ਤਾਂ ਬਹੁਤ ਅੱਛੀ ਇੱਕ ਓਪਰਚੁਨਿਟੀ ਹੈਗੀ ਹੈ। ਔਰ ਇਹ ਸਾਰੀ ਪੋਸਟ ਜਿਹੜੀ ਹੈਗੀ ਉਹ ਰੈਗੂਲਰ ਹੈਗੀ ਹੈ, ਕੋਈ ਕੰਟਰੈਕਟ ਨਹੀਂ ਹੈ, ਕੁਝ ਨਹੀਂ ਹੈ। ਵਨਸ ਯੂ ਆਰ ਰਿਕਰੂਟਡ, ਯੂ ਆਰ ਅ ਰੈਗੂਲਰ ਟੀਚਰ ਐਂਡ EMPLOYE ਇਨ ਪੰਜਾਬ ਗਵਰਨਮੈਂਟ ਐਜੂਕੇਸ਼ਨ ਡਿਪਾਰਟਮੈਂਟ। ਹੁਣ ਆਪਾਂ ਦੇਖਦੇ ਹਾਂ ਥੋੜੀਆਂ ਇਹਨਾਂ ਦੀਆਂ ਐਜੂਕੇਸ਼ਨ ਕੁਆਲੀਫਿਕੇਸ਼ਨਸ ਉਹਨਾਂ ਨੇ ਕੀ ਮੰਗੀਆਂ ਹੈਗੀਆਂ। ਆਮ ਤੌਰ ਤੇ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨਸ ਕੀ ਹੈਗੀਆਂ, ਕੰਸਰਨਡ ਸਬਜੈਕਟ ਦੇ ਵਿੱਚ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੇਖਦੇ ਹਾਂ। ਯੂ ਸ਼ੁੱਡ ਬੀ ਪੋਸਟ ਗ੍ਰੈਜੂਏਟ ਇਨ ਕੰਸਰਨਡ ਸਬਜੈਕਟ। ਮੰਨ ਲਓ ਤੁਸੀਂ ਇਕਨੋਮਿਕਸ ਦੇ ਵਿੱਚ ਅਗਰ ਅਪਲਾਈ ਕਰਨਾ ਲੈਕਚਰਰ ਲਈ, ਤੁਸੀਂ MA ਕੀਤੀ ਹੋਵੇ ਇਕਨੋਮਿਕਸ ਦੇ ਵਿੱਚ, ਜਾਂ ਅਪਲਾਈਡ ਇਕਨੋਮਿਕਸ ਕੀਤੀ ਹੋਵੇ, ਜਾਂ ਬਿਜ਼ਨਸ ਇਕਨੋਮਿਕਸ ਕੀਤੀ ਹੋਵੇ, ਔਰ ਤੁਹਾਡੇ 55% ਮਾਰਕਸ ਹੋਣ, ਔਰ B.Ed ਤੁਸੀਂ ਜ਼ਰੂਰ ਕੀਤੀ ਹੋਵੇ, B.Ed, ਔਰ ਉਹਦੇ ਵਿੱਚ ਇਕਨੋਮਿਕਸ ਤੁਹਾਡਾ ਟੀਚਿੰਗ ਸਬਜੈਕਟ ਵੀ ਹੋਵੇ, B.Ed ਵਿਦ ਟੀਚਿੰਗ ਸਬਜੈਕਟਸ ਇਕਨੋਮਿਕਸ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਐਨੀ ਇੰਸਟੀਟਿਊਸ਼ਨ ਜਾਂ ਡੀਮਡ ਜਿਹੜਾ ਕਿ ਮਾਨਤਾ ਪ੍ਰਾਪਤ ਹੈ UGC ਦੀ ਗਾਈਡਲਾਈਨਸ ਦੇ ਅਕੋਰਡਿੰਗ, ਤੁਸੀਂ ਉੱਥੋਂ, ਔਰ 3 ਸਾਲ ਤੁਸੀਂ ਇਨ ਗ੍ਰੈਜੂਏਸ਼ਨ BA ਵਿੱਚ ਜਾਂ BSc ਜਾਂ ਜੋ ਵੀ ਤੁਹਾਡੀ ਗ੍ਰੈਜੂਏਸ਼ਨ ਹੈਗੀ ਹੈ ਉਹਦੇ ਵਿੱਚ ਐਜ਼ ਏ ਮੇਜਰ ਸਬਜੈਕਟ ਜਾਂ ਇਲੈਕਟਿਵ ਸਬਜੈਕਟ ਤੁਸੀਂ ਉਹ ਸਬਜੈਕਟ ਪੜ੍ਹਿਆ ਹੋਵੇ। ਐਂਡ ਤੁਹਾਨੂੰ ਇਕਨੋਮਿਕਸ ਨੂੰ 3 ਸਾਲ BA ਵਿੱਚ ਪੜ੍ਹਿਆ ਹੋਵੇ, ਤੁਸੀਂ B.Ed ਕੀਤੀ ਹੋਵੇ, MA ਜਾਂ ਮਾਸਟਰ ਜਾਂ ਕਿਸੇ ਤਰ੍ਹਾਂ ਦੀ ਇਕਨੋਮਿਕਸ ਨਾਲ ਰਿਲੇਟਡ PG ਕੀਤੀ ਹੋਵੇ, ਔਰ ਤੁਹਾਡੇ PG ਵਿੱਚ 55% ਮਾਰਕਸ ਹੋਣੇ ਵੀ ਕੰਪਲਸਰੀ। ਆਲਮੋਸਟ ਹਰ ਸਬਜੈਕਟ ਵਿੱਚ ਇਹੀ ਐਲੀਜੀਬਿਲਿਟੀਜ਼ ਨੇ ਕੰਸਰਨਡ ਸਬਜੈਕਟ। ਫਿਰ ਵੀ ਇੱਕ ਵਾਰ ਆਪਾਂ ਨਜ਼ਰ ਮਾਰ ਲੈਂਦੇ ਹਾਂ। ਇੱਦਾਂ ਹੀ ਤੁਸੀਂ ਅਗਰ ਕਾਮਰਸ 'ਚ ਜਾਓਗੇ ਤਾਂ ਕਾਮਰਸ 'ਚ ਉਹਨੇ ਮੰਗਿਆ ਹੈ ਤੁਹਾਡੇ ਕੋਲ MCOM, ਜਾਂ ਫਿਰ ਤੁਸੀਂ ਹੋਵੋ ਚਾਰਟਰਡ ਅਕਾਊਂਟੈਂਟ। MCOM, ਚਾਰਟਰਡ ਅਕਾਊਂਟੈਂਟ, ICWA with 55% marks or any other equivalent qualification, ਔਰ ਜਾਂ ਕੋਈ ਸਰਟੀਫਿਕੇਟਸ ਹੋਵੇ ਉਹਦੇ ਬਰਾਬਰ ਦਾ ਜਿਹੜਾ ਕਿ MCOM ਦੇ ਬਰਾਬਰ ਮਾਨਤਾ ਰੱਖਦਾ ਹੋਵੇ, ਵੈਲਿਊ ਰੱਖਦਾ ਹੋਵੇ ਕੰਸਰਨ ਯੂਨੀਵਰਸਿਟੀ ਤੋਂ, ਪਲੱਸ B.Ed ਦਾ ਜ਼ਰੂਰ ਤੁਹਾਨੂੰ ਦੱਸਿਆ ਮੈਂ ਹੈ ਹੀ ਹੈ, ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਇਹਦੇ ਵਿੱਚ ਇਹਨੇ ਇੱਥੇ ਨਹੀਂ ਲਿਖਿਆ ਹੋਇਆ ਕਿ 3 ਸਾਲ ਤੁਸੀਂ ਇਹ ਪੜ੍ਹਿਆ ਹੋਵੇ ਸਬਜੈਕਟ BCom, ਡੈਫੀਨਿਟਲੀ BCom ਵਾਲਾ ਹੀ MCOM ਕਰੇਗਾ, ਪੜ੍ਹਿਆ ਹੀ ਹੋਏਗਾ ਵੈਸੇ, ਪਰ ਫਿਰ ਵੀ ਇਹ 'ਚ ਮੈਂਸ਼ਨ ਨਹੀਂ ਹੈ। ਮੈਥਮੈਟਿਕਸ 'ਚ ਜਾਂਦੇ ਆਪਾਂ ਅੱਗੇ। ਮੈਥਮੈਟਿਕਸ ਵਿੱਚ ਯੂ ਸ਼ੁੱਡ ਹੈਵ ਪਾਸਡ MA, ਤੁਹਾਡੇ ਕੋਲ MA ਹੋਣੀ ਚਾਹੀਦੀ ਹੈ ਵਿਦ ਮੈਥਮੈਟਿਕਸ ਐਜ਼ ਏ ਮੇਜਰ ਸਬਜੈਕਟ, ਜਾਂ MSc ਮੈਥਮੈਟਿਕਸ ਹੋਣੀ ਚਾਹੀਦੀ ਹੈ, ਜਾਂ ਇਕੁਅਲੈਂਟ ਹੋਣੀ ਚਾਹੀਦੀ ਕੋਈ ਵੀ ਡਿਗਰੀ। ਅਪਲਾਈਡ ਮੈਥਮੈਟਿਕਸ ਹੋ ਸਕਦੀ ਹੈ ਜਾਂ ਕੋਈ ਹੋਰ ਕਿਸੇ ਵੀ ਰਿਕੋਗਨਾਈਜ਼ਡ ਇੰਸਟੀਟਿਊਸ਼ਨ ਜਾਂ ਯੂਨੀਵਰਸਿਟੀ ਤੋਂ ਕੀਤਾ ਹੋਵੇ ਵਿਦ 55% ਮਾਰਕਸ, ਔਰ ਤੁਹਾਡਾ ਮੈਥਮੈਟਿਕਸ 3 ਸਾਲ ਲਈ ਤੁਸੀਂ ਐਜ਼ ਏ ਇਲੈਕਟਿਵ ਸਬਜੈਕਟ BA ਵਿੱਚ ਜਾਂ BSc ਵਿੱਚ ਪੜ੍ਹਿਆ ਹੋਵੇ, ਗ੍ਰੈਜੂਏਸ਼ਨ ਲੈਵਲ ਤੇ ਮੈਨੂੰ ਪੜ੍ਹਿਆ ਹੋਵੇ, ਔਰ B.Ed ਵੀ ਕੀਤੀ ਹੋਵੇ, ਫਾਈਨ, ਐਜ਼ ਪਰ UGC ਗਾਈਡਲਾਈਨਸ। ਸੇਮ ਹੀ ਕੁਆਲੀਫਿਕੇਸ਼ਨ ਤੁਹਾਨੂੰ ਹਿਸਟਰੀ 'ਚ ਇੱਦਾਂ ਹੀ ਮਿਲ ਜਾਣਗੀਆਂ ਕਿ ਤੁਸੀਂ MA ਹਿਸਟਰੀ ਕੀਤੀ ਹੋਵੇ, ਤੁਹਾਡੇ ਕੋਲ MA ਹਿਸਟਰੀ ਹੋਣੀ ਚਾਹੀਦੀ ਹੈ, 55% ਮਾਰਕਸ ਹੋਣੇ ਚਾਹੀਦੇ ਹੈ MA ਵਿੱਚ, B.Ed ਕੀਤੀ ਹੋਵੇ, ਔਰ MA ਨੂੰ ਤੁਸੀਂ BA ਵਿੱਚ ਇਹਨੂੰ 3 ਸਾਲ ਹਿਸਟਰੀ ਐਜ਼ ਰੈਗੂਲਰ ਸਬਜੈਕਟ ਪੜ੍ਹਿਆ ਹੋਵੇ, 3 ਸਾਲ ਲਗਾਤਾਰ ਇਲੈਕਟਿਵ ਸਬਜੈਕਟ ਪੜ੍ਹਿਆ ਹੋਵੇ। ਸੇਮ ਪੋਲੀਟੀਕਲ ਸਾਇੰਸ ਵਿੱਚ ਵੀ ਹੈ ਕਿ MA ਕੀਤੀ ਹੋਵੇ ਪੋਲੀਟੀਕਲ ਸਾਇੰਸ ਵਿੱਚ, 55% ਮਾਰਕਸ ਹੋਣ ਤੁਹਾਡੇ, B.Ed ਹੋਣੀ ਚਾਹੀਦੀ ਹੈ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ, ਔਰ ਤੁਸੀਂ 3 ਸਾਲ ਪੋਲੀਟੀਕਲ ਸਾਇੰਸ ਨੂੰ ਐਜ਼ ਏ ਸਬਜੈਕਟ ਇਲੈਕਟਿਵ ਪੜ੍ਹਿਆ ਹੋਵੇ। ਇਹ ਆਪਾਂ ਐਲੀਜੀਬਿਲਿਟੀਜ਼ ਚੈੱਕ ਕਰ ਲਈਆਂ, ਔਰ ਅੱਗੇ ਹਮ ਜਾਣਦੇ ਹਾਂ ਕਿ ਉਹਨਾਂ ਦਾ ਸਿਲੈਕਸ਼ਨ ਕ੍ਰਾਈਟੇਰੀਆ ਕੀ ਹੈਗਾ, ਚੋਣ ਦਾ ਜਿਹੜਾ ਢੰਗ ਜਾਂ ਤਰੀਕਾ ਕੀ ਹੈ ਉੱਥੇ ਮੈਂਸ਼ਨ ਕੀਤਾ ਹੈ। ਇਹਦੇ ਵਿੱਚ ਤੁਹਾਨੂੰ ਉਹਨਾਂ ਨੇ ਮੈਂਸ਼ਨ ਕੀਤਾ ਕਿ 150 ਮਾਰਕਸ 150 ਅੰਕਾਂ ਦਾ ਤੁਹਾਡਾ ਇੱਕ ਪੇਪਰ ਹੋਏਗਾ, ਇੱਕ ਰਿਟਨ ਟੈਸਟ ਲਿਆ ਜਾਵੇਗਾ, 150 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ, ਔਰ ਉਹਦੇ ਵਿੱਚ ਤੁਹਾਡੀ ਜੋ ਵੀ ਬੰਦੀ ਹੈਗੀਆਂ ਸ਼ਰਤਾਂ ਤੁਹਾਨੂੰ ਪੂਰੀਆਂ ਕਰਦੇ ਹੋ, ਐਲੀਜੀਬਿਲਿਟੀ ਜਿਹੜੀ ਉੱਪਰ ਦੇਖੀਆਂ, ਉਹਦੇ ਅਕੋਰਡਿੰਗ ਤੁਹਾਡਾ ਟੈਸਟ ਹੋਏਗਾ, ਉਹਦੇ ਵਿੱਚੋਂ ਮੈਰਿਟ ਬਣੇਗੀ, ਔਰ ਉਸ ਮੈਰਿਟ ਦੇ ਬੇਸ ਤੇ ਤੁਹਾਡੀ ਸਿਲੈਕਸ਼ਨ ਹੋਏਗੀ। So selection is totally on the basis of merit, which will be formed on the basis of test. ये ध्यान रखना पड़ेगा। अगर किसी का टाई हो जाता है या एक तो ज़्यादा लोगों ने सेम नंबर आ जाते हो, तो फिर उन्होंने अंक देखे जाएंगे कि उन्होंने पोस्ट ग्रेजुएशन के नंबर किन्ने हैगे है, जिन्ने ज़्यादा नंबर पोस्ट ग्रेजुएशन होंगे उन्होंने पहल दी जाएगी अगर थोड़ा टाई हो जाता किसी नाल। बाकी आप देखते हैं अगे होर शर्तां भी ने। ਇਹਦੇ ਲਈ ਜਿਹੜੀ ਫੀਸ ਹੈਗੀ ਹੈ ਉਹ ਤੁਸੀਂ ਲਿਖੀਏ ਕਿੰਨੀ ਪੇ ਕਰਨੀ ਹੈ, ਉਹ ਵੀ ਅੱਗੇ ਦੱਸਿਆ ਜਾਏਗਾ। 18 ਤੋਂ ਲੈ ਕੇ 37 ਸਾਲ ਤੱਕ ਜਨਰਲ ਕੈਟੇਗਰੀ ਦੀ ਏਜ ਉਮਰ ਸੀਮਾ ਦੱਸੀ ਗਈ, ਏਜ 1/1/2021 ਨੂੰ, ਯਾਨੀ ਜਿਹੜਾ 1/1 ਜਿਹੜੀ ਬੀਤ ਗਿਆ, ਉਹਨਾਂ ਲਈ 18 ਸਾਲ ਤੋਂ 37 ਸਾਲ ਹੋਣਾ ਜ਼ਰੂਰੀ ਹੈ, ਤੇ ਵਿੱਚ ਤੁਹਾਡੀ ਏਜ ਹੋਏਗੀ। ਯਾਨੀ ਜਿਹੜੇ 1/1/2021 ਤੱਕ 37 ਸਾਲ ਤੇ ਨਹੀਂ ਹੋਏ ਸੀ,
यानी अप्रॉक्सीमेटली ਜਿਹੜੇ 38 ਸਾਲ ਦੇ ਹੋ ਗਏ ਉਹ ਵੀ ਭਰ ਸਕਦੇ ਮੰਨ ਕੇ ਚੱਲੋ ਤੁਸੀਂ, ਉਹ ਵਾਲੇ ਐਲੀਜੀਬਲ ਹੋਣਗੇ। ਬਾਕੀ ਕੁਝ ਏਜ ਰਿਲੈਕਸੇਸ਼ਨ ਹੈਗੀ ਹੈ, ਜਿਵੇਂ ਸ਼ਡਿਊਲ ਕਾਸਟ ਜਾਂ ਬੈਕਵਰਡ ਕਲਾਸਿਸ ਜਿਹੜੀਆਂ ਹੈਗੀਆਂ ਉਹਨਾਂ ਲਈ 5 ਸਾਲ ਦੀ ਛੂਟ ਹੋ ਗਈ, ਯਾਨੀ 37 ਪਲੱਸ 5 43 ਤੱਕ ਉਹ ਭਰ ਸਕਦੇ ਹੈਗੇ ਆ। ਔਰ ਅਗਰ ਤੁਸੀਂ ਪੰਜਾਬ ਗਵਰਨਮੈਂਟ ਦੇ ਆਲਰੇਡੀ ਇੰਪਲੋਏ ਹੋ, ਸੈਂਟਰ ਗਵਰਨਮੈਂਟ ਦੇ ਇੰਪਲੋਏ ਹੋ ਜਾਂ ਕਿਸੇ ਹੋਰ ਸਟੇਟ ਗਵਰਨਮੈਂਟ ਦੇ ਇੰਪਲੋਏ ਹੈਗੇ ਹੋ, ਤਾਂ ਤੁਹਾਡੀ ਉਮਰ ਸੀਮਾ 45 ਸਾਲ ਤੱਕ ਹੋਏਗੀ। ਅਗਰ ਕੋਈ ਵਿਡੋ ਹੈ ਜਾਂ ਡਾਈਵੋਰਸੀ ਲੇਡੀ ਹੈ, ਉਹਦੇ ਲਈ 42 ਸਾਲ ਤੱਕ ਦੀ ਛੋਟ ਹੋਏਗੀ। ਤੇ ਅਲੱਗ-ਅਲੱਗ ਕੁਝ ਏਜ ਰਿਲੈਕਸੇਸ਼ਨ ਵੀ ਦਿੱਤੀਆਂ ਗਈਆਂ ਹੈਗੀਆਂ ਇਹਦੇ ਵਿੱਚ। ਅਗਰ ਕੋਈ ਜਿਹੜੇ ਹੈਂਡੀਕੈਪਡ ਕੈਟਾਗਰੀ 'ਚ ਹੈ ਉਹਨਾਂ ਨੂੰ 10 ਸਾਲ ਦੀ ਛੂਟ ਰਹੇਗੀ, ਅਗਰ 37 ਵੈਸੇ ਹੈ ਤੇ 10 ਮਿਲਾ ਕੇ ਤੁਹਾਡੀ 47 ਸਾਲ ਤੱਕ ਹੈਂਡੀਕੈਪਡ ਅਗਰ ਕੋਟੇ 'ਚ ਤੁਸੀਂ ਲੈ ਸਕਦੇ ਹੋ। ਫਾਈਨ, ਅਗਰ ਤੁਸੀਂ ਕਿਸੇ ਐਕਸ ਸਰਵਿਸਮੈਨ ਦੀ ਕੈਟਾਗਰੀ 'ਚ ਹੋ ਜਾਂ ਫੌਜ ਵਿੱਚ ਤੁਸੀਂ ਤੁਹਾਡੇ ਪਰਿਵਾਰ 'ਚ ਜਾਂ ਤੁਸੀਂ ਕਿਸੇ ਨੇ ਸੇਵਾ ਕੀਤੀ ਹੋਈ ਫੌਜ ਵਿੱਚ ਰਹੇ ਹੈਗੇ ਹੋ, ਤਾਂ ਫਿਰ ਤੁਹਾਨੂੰ ਹੋਰ ਵੀ ਏਜ ਮਿਲ ਜਾਏਗੀ। ਜਿੰਨਾ ਸਮਾਂ ਤੁਸੀਂ ਫੌਜ 'ਚ ਸੇਵਾ ਕੀਤੀ ਹੈ ਉਹਨੇ ਤੁਹਾਨੂੰ ਐਕਸਟਰਾ ਮਿਲ ਜਾਣਗੇ। ਇਹ ਲਈ ਜਿਹੜੀ ਫੀਸ ਹੈਗੀ ਹੈ, ਜਿਹੜੀ ਤੁਸੀਂ ਫਾਰਮ ਭਰਨਾ ਹੈ, ਇਹਦਾ ਆਨਲਾਈਨ ਫਾਰਮ ਤੁਸੀਂ ਭਰਨਾ ਹੈ ਇਸੇ education.recruitment.com ਤੇ ਤੁਸੀਂ ਜਾ ਕੇ ਪਹਿਲਾਂ ਆਪਣਾ ਇੱਕ ਲੌਗਇਨ ਆਈਡੀ ਤੇ ਪਾਸਵਰਡ ਕ੍ਰੀਏਟ ਕਰਨਾ ਹੈ, ਰਜਿਸਟਰ ਕਰਨਾ ਆਪਣੇ ਆਪ ਨੂੰ। ਫਿਰ ਤੁਹਾਨੂੰ ਪ੍ਰੋਪਰ ਜਿਹੜਾ ਹੈ ਉਹ ਇਹਦਾ ਮਿਲ ਜਾਏਗਾ ਫਾਰਮ, ਅਪਲਾਈ ਕਰਨ ਲਈ ਲਿੰਕ ਮਿਲ ਜਾਏਗਾ, ਤੁਸੀਂ ਉੱਥੇ ਭਰੋਗੇ। ਜਨਰਲ ਤੇ ਜਿੰਨੀਆਂ ਹੋਰ ਕੈਟਾਗਰੀ ਨੇ ਉਹਨਾਂ ਲਈ 1000 ਰੁਪਇਆ ਫੀਸ ਹੈ। ਰਿਜ਼ਰਵ ਕੈਟਾਗਰੀ ਜਿਵੇਂ SC ST ਜਾਂ BC ਉਹਦੇ ਲਈ 500 ਰੁਪਇਆ ਹੈ। ਸਾਬਕਾ ਸੈਨਿਕ ਯਾਨੀ ਅਗਰ ਖੁਦ ਕੋਈ ਐਕਸ ਸਰਵਿਸਮੈਨ ਹੈ ਉਹਦੇ ਲਈ ਕੋਈ ਫੀਸ ਨਹੀਂ ਹੈ, ਐਕਸ ਸਰਵਿਸਮੈਨ ਲਈ ਕੋਈ ਨਹੀਂ ਹੈ। SC ST ਲਈ ਲਿਖਿਆ ਹੈ, BC ਲਈ ਲਿਖਿਆ ਹੈ, ਸ਼ਾਇਦ BC ਲਈ ਵੀ 1000 ਰੁਪਏ ਹੀ ਫੀਸ ਹੈ। ਇਹ ਤੁਹਾਨੂੰ ਫੀਸ ਦਾ ਵੇਰਵਾ ਸਾਰਾ ਡਿਟੇਲ ਇੱਥੇ ਦਿੱਤੀ ਹੋਈ ਹੈ। ਬਾਕੀ ਹੋਰ ਗਾਈਡਲਾਈਨਸ ਹੈਗੀਆਂ, ਤੁਸੀਂ ਆਪਣੇ ਅਕੋਰਡਿੰਗ ਇਹਨੂੰ ਪੜ੍ਹ ਸਕਦੇ ਹੋ, ਦੇਖ ਸਕਦੇ ਹੋ, ਔਰ ਤੁਹਾਨੂੰ ਪਤਾ ਚੱਲ ਜਾਏਗਾ ਵੀ ਇਹ ਕਿੱਦਾਂ ਫਾਰਮ ਭਰਨਾ ਹੈ। ਤੁਸੀਂ ਜਾ ਕੇ ਇਹਨੂੰ ਪੜ੍ਹ ਸਕਦੇ ਹੋ। ਆਮ ਸ਼ਰਤਾਂ ਲਿਖੀਆਂ, ਤੁਸੀਂ ਫਾਰਮ ਭਰ 'ਚ ਗਲਤੀ ਨਾ ਕਰੋ। ਤੁਸੀਂ ਫਾਰਮ 'ਚ ਕੋਈ ਡੇਟ ਆਫ ਬਰਥ, ਕੋਈ ਆਪਣਾ ਨਾਮ ਗਲਤੀ ਕਰਦੇ ਹੋ ਲਈ ਤੁਸੀਂ ਜ਼ਿੰਮੇਦਾਰ ਹੋ ਰਿਜੈਕਸ਼ਨ ਲਈ, ਉਹਦਾ ਇਸ ਲਈ ਫਾਰਮ ਆਪਣੇ ਆਰਾਮ ਨਾਲ ਭਰਨਾ। ਤੋ ਤੁਹਾਡੇ ਸਰਟੀਫਿਕੇਟ ਰਿਜ਼ਰਵੇਸ਼ਨ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਲੈਣੀ ਹੈ, EWS ਵਿੱਚ ਲੈਣੀ ਹੈ, SC BC ਜਾਂ ਕਿਸੇ ਹੋਰ ਤਰ੍ਹਾਂ ਦੀ ਫਿਜ਼ੀਕਲ ਹੈਂਡੀਕੈਪ, ਤੁਹਾਡੇ ਸਰਟੀਫਿਕੇਟ ਨਾਲ ਰੈਡੀ ਹੋਣੇ ਚਾਹੀਦੇ ਨੇ, ਉਹਦੀ ਜਾਂਚ ਪੂਰੀ ਹੋਏਗੀ ਬਾਅਦ 'ਚ। ਬੜੇ ਸਾਰੇ ਨਿਯਮ ਇੱਥੇ ਲਿਖੇ ਹੈ, ਤੁਸੀਂ ਆਪ ਵੀ ਪੜ੍ਹ ਸਕਦੇ ਹੋ ਕਿਉਂ। ਬਸ ਤੁਹਾਡੇ ਕੋਲ ਫਾਰਮ ਭਰ 'ਚ ਕੋਈ ਗਲਤੀ ਨਾ ਹੋਵੇ, ਤੁਸੀਂ ਫਾਰਮ ਧਿਆਨ ਨਾਲ ਭਰੋ, ਇਹੀ ਸਾਰੀਆਂ ਸ਼ਰਤਾਂ ਤੁਸੀਂ ਪੜ੍ਹ ਸਕਦੇ ਹੋ। ਬਾਰਡਰ ਏਰੀਆ ਦੀ ਗੱਲ ਕੀਤੀ ਗਈ ਹੈ, ਜ਼ਿਆਦਾਤਰ ਸੀਟਾਂ ਬਾਰਡਰ ਏਰੀਆ ਦੇ, ਤੁਹਾਨੂੰ ਬਾਰਡਰ ਏਰੀਆ ਮਤਲਬ ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਪਠਾਨਕੋਟ, ਅੰਮ੍ਰਿਤਸਰ ਦੇ ਕੋਲ ਜ਼ਿਆਦਾ ਸੀਟਾਂ ਖਾਲੀ ਨੇ, ਉੱਧਰ ਤੁਹਾਨੂੰ ਪਹਿਲ ਮਿਲੇਗੀ। ਬਾਕੀ ਕੁਝ ਸੀਟਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਕਿਤੇ ਵੀ ਹੈਗੀਆਂ, ਤੁਹਾਨੂੰ ਆਪਣੇ ਆਪਣੇ ਏਰੀਆ 'ਚ ਵੀ ਮਿਲ ਸਕਦੀ ਹੈਗੀ ਹੈ, ਡਿਪੈਂਡ ਕਰੇਗਾ ਤੁਹਾਡੇ ਰੈਂਕ ਤੇ। ਫਾਰਮ ਭਰਦੇ ਵਕਤ ਤੁਸੀਂ ਆਪਣਾ ਮੋਬਾਈਲ ਨੰਬਰ ਜ਼ਰੂਰ ਲਿਖਣਾ ਹੈਗਾ, ਬੜਾ ਇੰਪੋਰਟੈਂਟ, ਜਿੱਦਾਂ ਨੂੰ ਮੈਸੇਜ ਆਉਣਗੇ ਸਾਰੇ। ਤੁਹਾਡਾ ਈਮੇਲ ਹੋਣਾ ਚਾਹੀਦਾ ਹੈ, ਤੁਹਾਡਾ ਬੈਂਕ ਅਕਾਊਂਟ ਵਿਦ ਪ੍ਰੋਪਰ ਬੈਂਕ ਅਕਾਊਂਟ ਨੇਮ, ਬੈਂਕ ਅਕਾਊਂਟ ਦਾ IFSC ਕੋਡ, ਬੈਂਕ ਬ੍ਰਾਂਚ ਦਾ ਨਾਮ ਵਗੈਰਾ ਡਿਟੇਲ ਤੁਸੀਂ ਭਰਨਾ ਹੈਗਾ, ਇਹ ਜ਼ਰੂਰੀ ਹੈਗਾ ਹੈ। ਇਹਨਾਂ ਚੀਜ਼ਾਂ ਦਾ ਥੋੜਾ ਤੁਸੀਂ ਧਿਆਨ ਰੱਖਣਾ ਹੈਗਾ। ਫਾਰਮ 'ਚ ਕੋਈ ਵੀ ਗਲਤੀ ਹੁੰਦੀ ਹੈ ਜਾਂ ਕੁਝ ਡਿਟੇਲਸ ਤੁਸੀਂ ਮਿਸਮੈਚ ਕਰ ਦਿੰਦੇ ਹੋ ਤਾਂ ਫਿਰ ਮੁਸ਼ਕਿਲ ਹੋ ਜਾਏਗੀ। ਹਾਲਾਂਕਿ ਬਾਰੇ ਸਾਰੇ ਜਾਂਚ ਹੋਣਗੇ, ਤੁਸੀਂ ਟਾਈਮ ਟੂ ਟਾਈਮ ਤੁਹਾਡੇ ਡਾਕੂਮੈਂਟ ਉਹਨਾਂ ਨੇ ਬਾਅਦ 'ਚ ਚੈੱਕ ਕਰਨਾ ਹੀ ਹੈ, ਪਰ ਟਾਈਮ ਟੂ ਟਾਈਮ ਤੁਸੀਂ ਸਾਈਟ ਵੀ ਹੈ ਜਿਹੜੀ educationgroom.com ਹੈ, ਇਹਨਾਂ ਨੂੰ ਤੁਸੀਂ ਟਾਈਮ ਟੂ ਟਾਈਮ ਦੇਖਦੇ ਰਹਿਣਾ ਤਾਂ ਕਿ ਕੋਈ ਰੀਸੈਂਟ ਅਪਡੇਟ ਹੋ ਤੁਹਾਡੇ ਕੋਲ ਮਿਸ ਨਾ ਹੋ ਜਾਏ। ਬੜੇ ਸਟੂਡੈਂਟਸ ਕੀ ਕਰਦੇ ਨੇ, ਉਹਨੂੰ ਚੈੱਕ ਨਹੀਂ ਕਰਦੇ, ਉਹਨਾਂ ਦਾ ਰੋਲ ਨੰਬਰ ਨਹੀਂ ਪਤਾ ਚੱਲਦਾ, ਐਗਜ਼ਾਮ ਹੋ ਕੇ ਨਿਕਲ ਜਾਂਦਾ ਹੈ। ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਹਨੂੰ ਟਾਈਮ ਟੂ ਟਾਈਮ ਚੈੱਕ ਕਰੋ ਕਿ ਐਗਜ਼ਾਮ ਕਦੋਂ ਹੋ ਰਿਹਾ ਹੈ। ਇਸੇ ਉੱਪਰ ਸਾਰੀਆਂ ਨੋਟੀਫਿਕੇਸ਼ਨਸ ਆਉਣੀਆਂ, ਸਾਰਾ ਸਿਲੇਬਸ ਵੀ ਅਪਲੋਡ ਹੋਏਗਾ, ਸਾਰੇ ਟੌਪਿਕਸ ਅਪਲੋਡ ਹੋਣਗੇ, ਉਹ ਉੱਥੇ ਲਿਖੇ ਜਾਣਗੇ। ਤਾਂ ਆਲਮੋਸਟ ਮੈਂ ਤੁਹਾਨੂੰ ਸਭ ਕੁਝ ਦੱਸਦਾ ਹੈਗਾ। ਬਾਕੀ ਤੁਸੀਂ ਇਸ YouTube ਚੈਨਲ ਦੇ ਇਸ ਵੀਡੀਓ ਦੇ ਨੀਚੇ ਲਿੰਕ ਦੇ ਵਿੱਚ ਇਹਦਾ ਤੁਹਾਨੂੰ ਦਿੱਤਾ ਗਿਆ ਹੋਏਗਾ, ਇਹ ਸਾਰੀ ਨੋਟੀਫਿਕੇਸ਼ਨ ਡਾਊਨਲੋਡ ਕਰਨ ਦਾ ਲਿੰਕ ਦਿੱਤਾ ਗਿਆ ਹੈਗਾ, ਤੁਸੀਂ ਉਹ ਉੱਥੋਂ ਵੀ ਇਹ ਡਾਊਨਲੋਡ ਕਰ ਸਕਦੇ ਹੋ ਜਾਂ ਤੁਸੀਂ ਸਾਈਟ ਤੇ ਜਾ ਕੇ ਵੀ ਡਾਊਨਲੋਡ ਕਰ ਸਕਦੇ ਹੋ। ਔਰ ਲਾਸਟ ਡੇਟ ਦੀ ਵੇਟ ਨਾ ਕਰੋ, 30 ਜਨਵਰੀ ਲਾਸਟ ਡੇਟ ਹੈ ਇਹਦੀ, ਉਸ ਤੋਂ ਪਹਿਲਾਂ ਪਹਿਲਾਂ ਇਹਨੂੰ ਜਲਦੀ ਭਰ ਦਿਓ ਤਾਂ ਕਿ ਤੁਸੀਂ ਫ੍ਰੀ ਹੋ ਜਾਓ, ਫ੍ਰੀ ਮਾਈਂਡ ਹੋ ਕੇ ਇਹਨੂੰ ਭਰ ਸਕੋ। ਸਾਰਾ ਪ੍ਰੋਸੀਜਰ ਇਸ ਨोटिफिकेशन में मेंशन है, हाउ टू फिल इट, ਤੁਸੀਂ ਉਹ ਆਰਾਮ ਨਾਲ ਪੜ੍ਹ ਕੇ ਭਰ ਸਕਦੇ ਹੋ। सो आज के लिए इतना ही इस वीडियो में। ਤੁਹਾਨੂੰ ਅਗਰ ਕੁਝ ਵੀ ਹੋਰ ਡਾਊਟਸ ਹੈ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ। ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਔਰ ਤਾਂ ਕਿ ਹੋਰ ਵੀਡੀਓਜ਼ ਤੁਹਾਨੂੰ ਮਿਲਦੇ ਹੋਣ। ਤੁਸੀਂ ਆਪਣੇ ਕਮੈਂਟ ਬਾਕਸ ਦੱਸਣਾ ਕਿ ਤੁਹਾਨੂੰ ਕੋਈ ਡਾਊਟ ਹੈ ਜਾਂ ਇਸ ਵੀਡੀਓ ਬਾਰੇ ਕੁਝ ਵੀ ਤੁਹਾਡੇ ਵਿਚਾਰ ਨੇ, ਇਸ ਪੋਸਟ ਬਾਰੇ ਤੁਸੀਂ ਡਾਲ ਸਕਦੇ ਹੋ ਜਾਂ ਸਾਨੂੰ ਸੁਜੈਸ਼ਨ ਵੀ ਦੇ ਸਕਦੇ ਹੋ। ਥੈਂਕ ਯੂ ਵੈਰੀ ਮਚ। ਅੱਜ ਦੇ ਲਈ ਇਹ ਨਹੀਂ, ਜਲਦੀ ਹੀ ਮਿਲਾਂਗੇ ਇੱਕ ਨਵੇਂ ਵੀਡੀਓ ਲਈ। ਥੈਂਕ ਯੂ ਵੈਰੀ ਮਚ।